ਹਥਿਆਰ ਲਾਇਸੈਂਸ ਤੋਂ। ਹਥਿਆਰ ਲਾਇਸੈਂਸ ਮੇਰੇ ਚੰਗੀ ਤਰ੍ਹਾਂ ਯਾਦ ਆ, ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਉਦੋਂ ਵੀ ਯੂਰਿਨ ਟੈਸਟ ਦੇ ਵਿੱਚ ਘਪਲੇ ਜਾਂ ਹੋਰ ਤਰੀਕਿਆਂ ਦੇ ਨਾਲ ਸ਼ਾਰਟਕੱਟ ਮਾਰ ਕੇ ਲੋਕ ਹਥਿਆਰ ਲਾਇਸੈਂਸ ਲੈ ਲੈਂਦੇ ਸੀ। ਫਿਰ ਜਦੋਂ ਫੀਸ ਵਧੀ ਉਦੋਂ ਬਹੁਤ ਰੌਲਾ ਪਿਆ ਕਿ ਭਾਈ ਫੀਸ ਵਧਾ ਦਿੱਤੀ ਗਈ ਹੈ। ਹੁਣ ਇਸੇ ਮਸਲੇ ਦੇ ਵਿੱਚ ਉਸ ਗਵਰਨਮੈਂਟ ਨੂੰ ਲੰਘਿਆ ਤਾਂ ਹੋ ਗਏ 5 ਸਾਲ ਤੋਂ ਵੀ ਵੱਧ ਦਾ ਸਮਾਂ। ਪਰ ਖਬਰਾਂ ਕੋਈ ਬਹੁਤੀਆਂ ਨਹੀਂ ਬਦਲੀਆਂ। ਖਬਰ ਦਾ ਮਜ਼ਮੂਨ ਤੁਸੀਂ ਦੱਸ ਦਿਓ। ਖਬਰ ਇਹ ਗੱਲ ਕਹਿੰਦੀ ਹੈ ਕਿ 1 ਲੱਖ ਦੇ ਵਿੱਚ ਜਿਹੜੀ ਰਿਪੋਰਟ ਹੈ, ਉਹ ਨਸ਼ੇੜੀ ਨੂੰ ਬਣਾ ਦਿੰਦੀ ਹੈ ਨਸ਼ਾ ਮੁਕਤ, ਤੇ ਜਦ ਕਿ ਜੇ ਮੈਂ ਗਲਤ ਨਾ ਹੋਵਾਂ ਤੇ ਰਿਪੋਰਟ ਜ਼ਰੂਰੀ ਹੈ ਨਸ਼ੇ ਦਾ ਲਾਇਸੈਂਸ ਲੈਣ ਦੇ ਲਈ। ਜੀ ਹਾਂ ਬਿਲਕੁਲ ਜੀ, ਜਦੋਂ ਵੀ ਕੋਈ ਹਥਿਆਰ ਦਾ ਲਾਇਸੈਂਸ ਲੈਣਾ ਹੈ ਜਾਂ ਤੁਸੀਂ ਕਿਸੇ ਕੰਮ ਲਈ ਤੁਹਾਨੂੰ ਲੋੜ ਹੈ ਕਿ ਜਿਹਦੇ ਵਿੱਚ ਨਸ਼ੇ ਦੀ ਵਰਤੋਂ ਵਾਲਾ ਬੰਦਾ ਨਹੀਂ ਚਾਹੀਦਾ, ਤਾਂ ਉਹਦੇ ਟੈਸਟ ਹੁੰਦਾ, ਡੋਪ ਟੈਸਟ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਉਹਦੇ ਲਈ ਬਕਾਇਦਾ ਵਿਭਾਗੀ ਤੌਰ ਤੇ ਸਰਕਾਰੀ ਤੌਰ ਤੇ ਪ੍ਰਬੰਧ ਕੀਤਾ ਗਿਆ, ਤੇ ਉਹਦੇ ਹਵਾਲੇ ਨਾਲ ਇਹ ਖਬਰ ਆ ਰਹੀ ਹੈ ਜੀ। ਔਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਚਾਹੇ ਉਹ ਅਕਾਲੀਆਂ ਦਾ ਰਾਜ ਲੰਘ ਕੇ ਗਿਆ, ਚਾਹੇ ਕਾਂਗਰਸੀ ਦਾ ਲੰਘ ਕੇ ਗਿਆ, ਚਾਹੇ ਹੁਣ ਵਾਲਾ ਆ ਗਿਆ, ਸਿਸਟਮ ਬਿਲਕੁਲ ਨਹੀਂ ਬਦਲਿਆ। ਰੇਟ ਮਹਿੰਗਾ ਹੁੰਦਾ ਗਿਆ। ਤੁਸੀਂ ਫੀਸ ਦੀ ਗੱਲ ਕਰਦੇ ਹੋ, ਆ ਡੋਪ ਟੈਸਟ ਤੋਂ ਪਾਸ ਕਰਾਉਣ ਦਾ ਵੀ ਰੇਟ ਮਹਿੰਗਾ ਹੁੰਦਾ ਗਿਆ ਨਾ, 2 ਨੰਬਰੀ। ਸੋ 30,000 ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਕਹਿੰਦੇ ਰਿਸ਼ਵਤ ਚੱਲਦੀ ਹੈ ਜੀ। ਉਸ 1 ਲੱਖ ਰੁਪਏ ਦੇ ਰਿਸ਼ਵਤ ਦੇ ਨਾਲ ਤੁਸੀਂ ਜੇ ਨਸ਼ੇੜੀ ਹੋ ਤਾਂ ਤੁਹਾਡਾ ਡੋਪ ਟੈਸਟ ਠੀਕ ਆ ਜਾਊਗਾ, ਮਤਲਬ ਪੋਜ਼ਿਟਿਵ ਨਹੀਂ ਆਊਗਾ ਕਿ ਹਾਂ ਤੁਸੀਂ ਨਸ਼ੇ ਤੋਂ ਮੁਕਤ ਆ ਜਾਓਗੇ। ਸੋ ਇਹਦੇ ਢੰਗ ਤਰੀਕੇ ਵੀ ਕਈ ਨੇ। ਅਸਲ ਦੇ ਵਿੱਚ ਵਿਜੀਲੈਂਸ ਨੂੰ ਲਗਾਤਾਰ ਇਹ ਸ਼ਿਕਾਇਤਾਂ ਕਹਿੰਦੇ ਜੀ ਮਿਲ ਰਹੀਆਂ ਸੀ। ਸੋ ਇਸ ਸ਼ਿਕਾਇਤਾਂ ਦੇ ਹਵਾਲੇ ਨਾਲ ਵਿਜੀਲੈਂਸ ਨੇ ਇੱਕੋ ਸਾਰ ਇਕੱਠਿਆਂ ਹੀ ਪੰਜਾਬ ਭਰ 'ਚ ਛਾਪੇ ਮਾਰੇ। ਹਸਪਤਾਲਾਂ ਦੇ ਵਿੱਚ ਜਿੱਥੇ ਜਿੱਥੇ ਡੋਪ ਟੈਸਟ ਹੁੰਦੇ ਨੇ ਉਹਨਾਂ ਥਾਵਾਂ ਤੇ ਲਗਭਗ ਇਕੱਠਿਆਂ ਛਾਪੇ ਮਾਰੇ, ਤੇ ਉਹਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਦੇ ਆਧਾਰ ਤੇ ਉਹਨਾਂ ਲੋੜ ਸੀ, ਉਹਨਾਂ ਨੇ ਉਹ ਸਾਰਾ ਰਿਕਾਰਡ ਜਿਹੜਾ ਡੋਪ ਟੈਸਟ ਕਰਾਉਣ ਦੇ ਲਈ ਰਿਕਾਰਡ ਸਾਂਭਿਆ ਜਾਂਦਾ, ਉਹ ਸਾਰਾ ਰਿਕਾਰਡ ਫਰੋਲਿਆ ਵੀ, ਸਹੇਜਿਆ ਵੀ, ਪੁੱਛਗਿੱਛ ਵੀ ਕੀਤੀ, ਤੇ ਕੁਝ ਰਿਕਾਰਡ ਇਕੱਠਾ ਕਰਕੇ ਨਾਲ ਵੀ ਲੈ ਗਏ, ਤੇ ਕੁਝ ਅਧਿਕਾਰੀਆਂ ਨੂੰ, ਕੁਝ ਸਿਹਤ ਦੇ ਨਾਲ ਸੰਬੰਧਿਤ ਨੁਮਾਇੰਦਿਆਂ ਨੂੰ ਕਹਿ ਵੀ ਦਿੱਤਾ ਕਿ ਤਿਆਰ ਰਹੋ ਭਾਈ, ਤੁਹਾਨੂੰ ਚਿੱਠੀਆਂ ਆਉਣ ਵਾਲੀਆਂ, ਤੁਹਾਨੂੰ ਤਲਬ ਕਰਾਂਗੇ। ਮਾਮਲਾ ਕੀ ਹੈ, ਇਹਨੂੰ ਸਮਝਣ ਦੇ ਲਈ ਇੱਕ ਸਿੰਪਲ ਜਿਹਾ ਤਰੀਕਾ ਪ੍ਰਵੀਨ ਜੀ, ਕਿ ਡੋਪ ਟੈਸਟ ਦੇ ਲਈ ਬਕਾਇਦਾ ਤੌਰ ਤੇ ਪਿਸ਼ਾਬ ਦਾ ਸੈਂਪਲ ਲਿਆ ਜਾਂਦਾ ਕਿ ਹਾਂ ਉਹਦੇ ਵਿੱਚ ਨਸ਼ੇ ਦੀ ਮਾਤਰਾ ਹੈ ਜਾਂ ਨਹੀਂ। ਜੇਕਰ ਉਹਦੇ ਵਿੱਚ ਉਹੋ ਜਿਹਾ ਕੋਈ ਤਰ੍ਹਾਂ ਦਾ ਨਸ਼ਾ ਨਹੀਂ ਪਾਇਆ ਜਾਂਦਾ ਤਾਂ ਤੁਹਾਨੂੰ ਉਹ ਰਿਪੋਰਟ ਮਿਲਦੀ ਹੈ, ਜਿਹਦੇ ਆਧਾਰ ਤੇ ਤੁਹਾਨੂੰ ਬਾਅਦ ਚੋਂ ਜਾ ਕੇ ਹਥਿਆਰ ਲਾਇਸੈਂਸ ਖਾਸ ਕਰਕੇ ਜੋ ਲੈਣਾ ਹੈ, ਉਹ ਜਾਂ ਕਿਸੇ ਹੋਰ ਨੌਕਰੀ ਪੇਸ਼ੇ ਜਾਂ ਕਿਸੇ ਹੋਰ ਲਈ ਲੋੜ ਹੈ ਤਾਂ ਉਹਦੇ ਹਵਾਲੇ ਨਾਲ। ਸੋ ਇਸ ਲਈ ਇਹਦੇ ਟੈਸਟ ਚੋਂ ਪਾਸ ਕਰਾਉਣ ਲਈ ਕਹਿੰਦੇ ਚਾਹੇ ਉਹ ਹਸਪਤਾਲ ਵਾਲਾ ਵਿਭਾਗੀ ਕੁਝ ਮੁਲਾਜ਼ਮ ਨੇ, ਕੁਝ ਦਲਾਲ ਕੰਮ ਕਰਦੇ ਨੇ, ਕੁਝ ਅਜਿਹਾ ਰੂਪਰੇਖਾ ਤਿਆਰ ਕਰਤੀ ਕਿ ਸੈਂਪਲ ਘਰੋਂ ਹੀ ਲੈ ਲਾਂਗੇ ਜੀ, ਹੋਮ ਡਿਲੀਵਰੀ ਸੈਂਪਲ ਦੀ। ਸੋ ਉਹ ਸਾਰਾ ਜਿਹੜਾ ਵਰਤਾਰਾ ਉੱਥੇ ਹੀ ਖੇਡ ਰਚੀ ਜਾਂਦੀ ਆ, ਤੇ ਉਹਨੂੰ ਸਮਝਾਇਆ ਜਾਂਦਾ ਕਿ ਬਾਈ ਜੀ ਜੇ ਤੁਸੀਂ ਆਹ ਗੋਲੀ ਖਾਂਦੇ ਹੋ, ਜੇਕਰ ਤੁਸੀਂ ਇਹੋ ਜਿਹਾ ਨਸ਼ਾ ਕਰਦੇ ਹੋ, ਜੇ ਸਿੰਥੈਟਿਕ ਕੋਈ ਨਸ਼ਾ ਲੈਂਦੇ ਹੋ, ਚਿੱਟਾ ਲੈਂਦੇ ਹੋ, ਕੋਈ ਹੋਰ ਤਰ੍ਹਾਂ ਦਾ ਨਸ਼ਾ ਲੈਂਦੇ ਹੋ, ਤਾਂ ਫਿਰ ਤੁਹਾਨੂੰ ਲਾਇਸੈਂਸ ਤਾਂ ਮਿਲਣਾ ਨਹੀਂ। ਤੁਸੀਂ ਆਪਣੇ ਘਰ ਦੇ ਕਿਸੇ ਜੀਅ ਦਾ ਦੇ ਦਿਓ ਜਿਹੜਾ ਨਸ਼ਾ ਨਹੀਂ ਕਰਦਾ। ਸੋ ਉਹਨਾਂ ਦਾ ਬਾਥਰੂਮ, ਉਹਨਾਂ ਦਾ ਪਿਸ਼ਾਬ ਉਹ ਬਦਲ ਦਿੱਤਾ ਜਾਂਦਾ, ਉਹ ਸੈਂਪਲ ਹੀ ਯੂਰਿਨ ਦਾ ਲੈ ਕੇ ਬਦਲ ਦਿੱਤਾ ਜਾਂਦਾ, ਤੇ ਉਹਦੇ ਹਵਾਲੇ ਨਾਲ ਫਿਰ ਉਹ ਖੇਡ ਚੱਲਦੀ ਹੈ। ਤੇ ਇਹ ਖੇਡ ਪੰਜਾਬ 'ਚ ਲਗਾਤਾਰ ਇਹ ਵਰਤਾਰਾ ਚੱਲਦਾ ਰਿਹਾ, ਤੇ ਉਹਦੇ ਬਦਲੇ ਹੀ ਤੁਸੀਂ ਕਿਸ ਪੱਧਰ ਤੇ ਸਾਠ-ਗਾਂਠ ਕਰ ਰਹੇ ਹੋ, ਹੇਠਲੇ ਪੱਧਰ ਤੇ ਹੈ ਨਾ, ਜਿਹਨੇ ਪਾਸ ਕਰਨਾ ਉਹਦੇ ਪੱਧਰ ਤੇ ਜਾਂ ਉੱਪਰ ਵਾਲੇ ਅਧਿਕਾਰੀਆਂ ਪੱਧਰ ਤੇ, ਫਿਰ ਉਸ ਹਿਸਾਬ ਨਾਲ ਰੇਟ ਤੈਅ ਹੈ। ਜਿੰਨੀ ਅਪਰੋਚ ਵਧਾਓਗੇ, ਜਿੰਨੀ ਪਹੁੰਚ ਵਧਾਓਗੇ, ਉਹਨਾਂ ਰੇਟ ਵਧੂਗਾ। ਸੋ ਥੱਲੇ ਵਾਲਾ ਬੰਦਾ ਕਹਿੰਦੇ 30,000 ਚ ਵੀ ਕੰਮ ਕਰਾਈ ਜਾਂਦਾ ਹੈ, ਗਬਲੇ ਬੰਦੇ 50,000 ਤੋਂ 70,000 ਵੀ ਚਲੀ ਜਾਂਦੇ ਨੇ, ਉੱਪਰ ਲੱਖ ਤੱਕ ਵੀ ਚਲੀ ਜਾਂਦਾ। ਸੋ 1 ਲੱਖ ਤੱਕ ਦੀ ਰਿਸ਼ਵਤ ਦੀਆਂ ਸ਼ਿਕਾਇਤਾਂ ਵਿਜੀਲੈਂਸ ਨੂੰ ਮਿਲੀਆਂ ਕਿ ਡੋਪ ਟੈਸਟ ਕਲੀਅਰ ਕਰਾਉਣ ਲਈ ਜਾਂ ਨਸ਼ਾ ਮੁਕਤ ਦਾ ਸਰਟੀਫਿਕੇਟ ਲੈਣ ਲਈ ਜਾਂ ਹਥਿਆਰ ਦਾ ਲਾਇਸੈਂਸ ਲੈਣ ਦੇ ਲਈ, ਇਹ ਸਰਟੀਫਿਕੇਟ ਦੀ ਵਰਤੋਂ ਲਈ ਬਕਾਇਦਾ ਤੌਰ ਤੇ ਖੇਡ ਚੱਲਿਆ। ਸੋ ਉਸੇ ਹਵਾਲੇ ਨਾਲ ਵਿਜੀਲੈਂਸ ਨੇ ਫਿਰ ਸ਼ੁਰੂਆਤ ਕੀਤੀ, ਔਰ ਸ਼ੁਰੂਆਤ 'ਚ ਉਹਨਾਂ ਨੂੰ ਖਾਸਾ ਸ਼ੱਕੀ ਦਸਤਾਵੇਜ਼ ਮਿਲੇ ਪ੍ਰਵੀਨ ਜੀ। ਉਹ ਰਿਕਾਰਡ ਉਹਨਾਂ ਨੇ ਉੱਥੇ ਮੌਕੇ ਤੇ ਬੈਠ ਕੇ ਜਦੋਂ ਫਰੋਲਿਆ, ਖੰਗਾਲਿਆ, ਤਾਂ ਉਹਨਾਂ ਨੂੰ ਲੱਗਿਆ ਕਿ ਨਹੀਂ ਇਹ ਸੰਭਾਲਣ ਵਾਲਾ, ਸੇਜਣ ਵਾਲਾ, ਤੇ ਉਹਨਾਂ ਨੇ ਉੱਥੋਂ ਬੰਨ ਲਿਆ ਬੋਰੀ 'ਚ, ਇਕੱਠਾ ਬੰਨੀਆਂ। ਇਹ ਬਕਾਇਦਾ ਤੌਰ ਤੇ ਚਾਹੇ ਉਹ ਜਲੰਧਰ ਹੋਵੇ, ਚਾਹੇ ਉਹ ਅੰਮ੍ਰਿਤਸਰ ਹੋਵੇ, ਚਾਹੇ ਉਹ ਫਰੀਦਕੋਟ ਹੋਵੇ, ਚਾਹੇ ਉਹ ਫਾਜ਼ਿਲਕਾ ਹੋਵੇ, ਚਾਹੇ ਗੁਰਦਾਸਪੁਰ ਦਾ ਖੇਤਰ ਹੋਵੇ, ਚਾਹੇ ਪਠਾਨਕੋਟ ਦਾ ਖੇਤਰ ਹੋਵੇ, ਚਾਹੇ ਕਪੂਰਥਲਾ ਹੋਵੇ, ਬਠਿੰਡਾ, ਮਾਨਸਾ, ਪਟਿਆਲਾ, ਹੁਸ਼ਿਆਰਪੁਰ, ਲਗਭਗ ਪੂਰੇ ਪੰਜਾਬ 'ਚ ਇੱਕੋ ਸਮੇਂ, ਇੱਕੋ ਦਿਨ, ਇੱਕੋ ਘੜੀ ਵਿਜੀਲੈਂਸ ਦੀਆਂ ਟੀਮਾਂ ਨੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਛਾਪੇ ਮਾਰੇ, ਤੇ ਉਹਦੇ ਵਿੱਚ ਇਹ ਰਿਕਾਰਡ ਇਕੱਠਾ ਹੋਇਆ। ਔਰ ਹੁਣ ਇਹਦੇ ਨਾਲ ਮੈਨੂੰ ਲੱਗਦਾ ਕਿ ਸਿਹਤ ਵਿਭਾਗ ਦੇ ਕਈ ਅਧਿਕਾਰੀਆਂ ਦੀ, ਕਈ ਲੈਬੋਰਟਰੀਆਂ ਦੀ, ਕਈ ਲੈਬੋਰਟਰੀਆਂ ਦੇ ਮੁਲਾਜ਼ਮਾਂ ਦੀ, ਜਾਂ ਕਈ ਦਲਾਲਾਂ ਦੀ ਸ਼ਾਮਤ ਆ ਸਕਦੀ ਆ, ਜਾਂ ਫਿਰ ਭਾਈ ਵਿਜੀਲੈਂਸ ਵਾਲੇ ਵੀ ਬੰਦੇ ਹੀ ਨੇ, ਜਾਂ ਮਾਮਲਾ ਠੰਡੇ ਬਸਤੇ ਜਾ ਸਕਦਾ ਜੇਕਰ ਉਹਨਾਂ ਨੇ ਵੀ ਕੋਈ ਟੈਸਟ ਪਾਸ ਕਰ ਲਏ, ਹੈ ਨਾ। ਸੋ ਇਸ ਲਈ ਕਿੱਧਰ ਨੂੰ ਜਾਣੀ ਹੈ ਕਹਾਣੀ ਦੇਖਣ ਵਾਲੀ ਗੱਲ। ਪਰ ਵਿਜੀਲੈਂਸ ਖਾਸੀ ਸਰਗਰਮ ਹੈ, ਔਰ ਪੰਜਾਬ ਵਿਜੀਲੈਂਸ ਤੇ ਬੋਝ ਬਹੁਤ ਹੈ। ਹੁਣ ਇੰਨਾ ਕੰਮ ਤਾਂ ਉਹਨਾਂ ਨੇ ਪਿਛਲੇ ਮੈਨੂੰ ਲੱਗਦਾ 20 ਸਾਲਾਂ 'ਚ ਨਹੀਂ ਕੀਤਾ ਹੋਣਾ, ਜਿੰਨਾ 1.5 ਸਾਲਾਂ 'ਚ ਲਾਇਆ। ਇਹਦਾ ਮਤਲਬ ਸਰਕਾਰ ਨੇ ਕੰਮ ਤਾਂ ਲਾਏ ਨੇ।
ਤੇ ਉਹਨਾਂ ਨੂੰ ਚਾਹੇ ਉਹ ਕੁਝ ਮਾਮਲੇ ਰਾਜਨੀਤੀ ਤੋਂ ਪ੍ਰੇਰਿਤ ਹੋਣ ਤੇ ਚਾਹੇ ਕੁਝ ਪੰਜਾਬ ਦੀਆਂ ਮੰਗਾਂ ਦੇ ਆਧਾਰ ਤੇ ਹੋਣ ਕਿ ਪੰਜਾਬ ਨੇ ਚਾਹਿਆ ਸੀਗਾ ਕਿ ਆਹ ਬਾਈ ਜਾਣਕਾਰੀਆਂ ਸਾਹਮਣੇ ਆਉਣੀ ਚਾਹੀਦੀਆਂ, ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਸ ਆਧਾਰ ਤੇ ਹੋਵੇ। ਔਰ ਹੂੰ, ਕਈਆਂ ਨੂੰ ਤਕਲੀਫ ਵੀ ਹੋ ਰਹੀ ਹੈ ਇਸ ਗੱਲ ਦੀ, ਔਰ ਹੂੰ, ਕਈ ਆਪਣੇ ਨੂੰ ਰਾਜਨੀਤੀ ਦਾ ਸ਼ਿਕਾਰ ਵੀ ਦੱਸਦੇ ਨੇ। ਸੋ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਕੀ ਵਿਜੀਲੈਂਸ ਸਿਰਫ ਦਿਖਾਵੇ ਲਈ ਕਰ ਰਹੀ ਆ, ਜਾਂ ਜਿੰਨੀਆਂ ਹੁਣ ਤੱਕ ਕਾਰਵਾਈਆਂ ਹੋਈਆਂ ਨੇ ਉਹਨਾਂ 'ਚ ਕੁਝ ਸੱਚ ਵੀ ਸਾਹਮਣੇ ਆ ਕੇ ਸਹੀ ਰੂਪ 'ਚ ਕਿਸੇ ਤੇ ਕਾਰਵਾਈ ਹੁੰਦੀ ਆ। ਸੋ ਇਸ ਲਈ ਪੰਜਾਬ ਅਜੇ ਵੀ ਉਮੀਦ ਲਾਈ ਬੈਠਾ ਕਿ ਬਾਈ ਵਿਜੀਲੈਂਸ ਜਿੰਨੀ ਸਰਗਰਮ ਹੈ, ਸ਼ਾਇਦ ਇਹਦੇ ਨਾਲ ਪੰਜਾਬ ਦਾ ਕੁਝ ਸੁਧਾਰ ਹੋ ਜਾਵੇ। ਸਰਕਾਰ ਜਿੰਨੀ ਦਿਖਾਉਂਦੀ ਹੈ ਕਿ ਅਸੀਂ ਗੰਭੀਰ ਹਾਂ ਪੰਜਾਬ ਦੇ ਮੁੱਦਿਆਂ ਤੇ, ਸ਼ਾਇਦ ਹੂੰ, ਉਹਨਾਂ ਕੁਝ ਸੁਧਾਰ ਹੋ ਜਾਵੇ, ਜਾਂ ਫਿਰ ਇਹ ਨਵੇਂ ਅਸੀਂ ਕਲੇਸ਼ ਛੇੜ ਰਹੇ ਹਾਂ, ਇਹਦੇ ਉੱਤੇ ਵੀ ਪੰਜਾਬ ਦੀ ਨਜ਼ਰ। ਜੀ।